ट्रैक्टर 4 करोड़ आ जू कि सोडियां लत्तां भार झलदियां भी 4 करोड़ ट्रैक्टर साਂਭ लोगे। सोथों 4 ਲੱਖ ट्रैक्टर नहीं संभिया सीगा। पर मैं फिर बेनती करदा कि सोडियां लत्तां भार झलदियां आगूआं दियां कि 4 करोड़ जिहड़ा तुसीं ट्रैक्टर कह रहे हो ਉਹਦੇ ਵਿੱਚ नौजवान आउणगे 4-5-6 दिन वोटां तो पहलां ते जिन्ने दिन रिजल्ट नहीं आउंदा। जे तुसीं ये देखो वोटां तो पहलां ये बजुर्गां नूं बापू कहंदे आ, पैरी हत्थ लाउंदे आ, ते उस तो बाद जदों नतीजे आ जांदे आ, जे किते बजुर्ग खड़े भी हुंदे आ ਉਹ हत्थ भी मारदे आ। देखो कित्थे तां हत्थ ਚੱਕਣਾ किस दीप नूं जां लखे नूं रख के नहीं कीती गई सी, ਇਹ ਸਾਰਿਆਂ ਲਈ ਸਾਂਝੀ ਸੀ। पर हीरो दीप ते लखा है सी ते रहणगे साडे कौम दे हीरो आ ਉਹ, क्योंकि निशान साहब चलाउण लई लत्तां 'ਚ भार होना चाहिदा बाई जी। ठीक है, निशान साहब हरेक व्यक्ति ਚੱਕ ही नहीं सकदा, बहुत वड्डा जिगरा होना चाहिदा। ते जिहड़ी गल असीं फिर करदे आ कि सानूं दुबारा सिੱਖੀ ਸਰੂਪ 'ਚ ਆਉਣਾ ਪਊਗਾ ਤੇ ਫਿਰ ਹੀ ਜਿਹੜੀਆਂ ਇੱਦਾਂ ਦੀਆਂ ਮੂਵਮੈਂਟਾਂ ਅਸੀਂ ਲੜ ਸਕਦੇ ਹਾਂ। ਨਹੀਂ ਤਾਂ ਇਹ ਜਿਵੇਂ ਹੁਣ ਆਪਾਂ ਨੂੰ ਲੜਾਈ ਜਾਂਦੇ ਆ ਕਾਮਰੇਡ ਵਸ ਸਿੱਖ ਲੜਾਈ, ਉਹਦੇ ਨਾਲ ਸਾਡੀ ਜਿਹੜੀ ਇਹ ਮੋਰਚਾ ਇਹਨੂੰ ਢਾਲ ਲੱਗੂਗੀ। ਮੈਂ ਬੇਨਤੀ ਕਰਦਾ ਕਿ ਇੱਦਾਂ ਦੀ ਜਿਹੜੀ ਮੂਵਮੈਂਟ ਆ ਉਹਨੂੰ ਬੰਦ ਕਰੋ। ਕਾਮਰੇਡ ਵੀ ਸਾਡੇ ਨੇ ਤੇ ਸਿੱਖ ਤਾਂ ਸਾਡੇ ਹੈਗੇ ਨੇ। ਤੇ ਜਿਵੇਂ ਆਪਾਂ ਸਟਾਰਟਿੰਗ 'ਚ ਕੁਛ ਆਪਣੇ ਜਿਹੜੇ ਅਹੁਦੇਦਾਰਾਂ ਨੇ ਕਿਹਾ ਸੀ ਵੀ ਜਿਹੜੇ ਨਿਸ਼ਾਨ ਸਾਹਿਬ ਆ ਉਹ ਟਰਾਲੀਆਂ ਤੋਂ ਲਾਹ ਦਿਓ ਜੀ। ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਨਿਹੰਗ ਸਿੰਘ ਫੌਜਾਂ ਨੇ, ਗੁਰੂ ਦੀਆਂ ਲਾਡਲੀਆਂ ਫੌਜਾਂ ਪਿੱਛੇ ਚਲਾ ਜਾਣ, ਇਹ ਬਹੁਤ ਮੰਦਭਾਗੀ ਘਟਨਾ। ਕਿਉਂਕਿ ਨਿਹੰਗ ਸਿੰਘ ਫੌਜਾਂ ਜਿਹੜੀਆਂ ਲਾਡਲੀਆਂ ਫੌਜਾਂ ਉਹ ਗੁਰੂ ਦੀਆਂ ਫੌਜਾਂ, ਉਹ ਬਿਨਾਂ ਕਿਸੇ ਮੋਹ ਕਿਸੇ ਲਾਲਚ ਤੋਂ ਬੈਠੀਆਂ, ਉਹ ਜਾਨਾਂ ਦੇਣ ਲਈ ਕੁਰਬਾਨ ਕਰਨ ਲਈ ਬੈਠੇ ਆ, ਨਾ ਕਿ ਕਿਸੇ ਲਾਲਚ ਲਈ। ਕਿਉਂਕਿ ਉਹਨਾਂ ਨੇ ਨਾ ਤਾਂ ਵੋਟਾਂ ਲੜਨੀਆਂ, ਠੀਕ ਹੈ ਜੀ। ਤੇ ਵਿੱਚ ਕੁਛ ਇੱਦਾਂ ਦੇ ਨਿਹੰਗ ਸਿੰਘ ਆ ਜਿਨ੍ਹਾਂ ਦੇ ਆਪਣੇ ਘਰ ਬਾਰ ਹੀ ਹੈ ਨਹੀਂ, ਉਹ ਪਰਮਾਤਮਾ ਦੇ ਘਰ 'ਚ ਹੀ ਆਪਣੀ ਰਜਾ 'ਚ ਹੀ ਨਾਲ ਰਹਿੰਦੇ ਆ, ਖੁਸ਼ ਰਹਿੰਦੇ ਆ। ਜਿਵੇਂ ਟਕੈਤ ਸਾਹਿਬ ਦਾ ਬਿਆਨ ਆਇਆ ਵੀ ਅਸੀਂ 40 ਲੱਖ ਟਰੈਕਟਰਾਂ ਨਾਲ ਸੰਸਦ ਘੇਰਾਂਗੇ, ਫਿਰ ਡੱਲੇਵਾਲ ਸਾਹਿਬ ਦਾ ਬਿਆਨ ਆਉਂਦਾ ਵੀ ਉਹਨਾਂ ਨਿੱਜੀ ਬਿਆਨ ਹੈ। ਕੀ ਲੱਗਦਾ ਤੁਹਾਨੂੰ, ਇੱਕ ਬਹੁਤ ਵੱਡੀ ਕਾਲ ਹੈਗੀ ਇਹ 40 ਲੱਖ ਲੈ ਕੇ ਆਓ ਟਰੈਕਟਰ ਤੁਸੀਂ ਹੁਣ ਫਿਰ ਘੇਰਾਂਗੇ, ਉੱਧਰ ਇੱਕ ਆਗੂ ਕਹਿੰਦਾ ਵੀ ਇਹਦੀ ਨਿੱਜੀ ਰਾਏ ਹੈ, ਜਿਹੜੇ ਲੋਕ ਭੰਬਲ ਭੁੱਸੇ 'ਚ ਪੈ ਜਾਂਦੇ ਆ, ਕੀ ਕਹਿਣਾ ਚਾਹੁੰਦੇ ਹੋ? ਜਿਹੜੀ ਨਿੱਜੀ ਰਾਏ ਹੈ ਜੀ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਹਰ ਇੱਕ ਵਿਅਕਤੀ ਦੀ ਨਿੱਜੀ ਰਾਏ ਹੁੰਦੀ ਹੈ। ਅਸੀਂ ਦਿਲੋਂ ਜਥੇਬੰਦੀ ਨਾਲ ਜੁੜੇ ਹੋਏ ਹਾਂ, ਅੱਜ ਵੀ ਹਾਂ, ਕੱਲ੍ਹ ਵੀ ਹਾਂ ਤੇ ਸਦਾ ਹੀ ਰਵਾਂਗੇ। ਤੇ ਬਾਕੀ ਜਿਹੜੀ ਟਕੈਤ ਸਾਹਿਬ ਦਾ ਬਿਆਨ ਆ 40 ਲੱਖ ਜਿਹੜਾ ਟਰੈਕਟਰ ਲੈ ਕੇ ਆਉਣ ਦਾ, 40 ਲੱਖ ਨਹੀਂ ਟਕੈਤ ਸਾਹਿਬ, ਮੈਂ ਤੁਹਾਨੂੰ ਕਹਿਣਾ 4 ਕਰੋੜ ਟਰੈਕਟਰ ਆਊਗਾ। ਜਿਵੇਂ ਟਰੈਕਟਰ 4 ਕਰੋੜ ਆ ਜੂ ਕਿ ਤੁਹਾਡੀਆਂ ਲੱਤਾਂ ਭਾਰ ਝੱਲਦੀਆਂ ਵੀ 4 ਕਰੋੜ ਟਰੈਕਟਰ ਸਾਂਭ ਲਓਗੇ। ਸੋਥੋਂ 4 ਲੱਖ ਟਰੈਕਟਰ ਨਹੀਂ ਸੰਭਿਆ ਸੀਗਾ ਤੇ ਤੁਸੀਂ ਬਾਅਦ 'ਚ ਸਰਟੀਫਿਕੇਟ ਵੰਡੇ ਸੀ ਗਦਾਰਾਂ ਦੇ। ਨੌਜਵਾਨ ਅੱਜ ਵੀ ਆ ਜਾਣਗੇ, ਕਿਉਂਕਿ ਉਹ ਕਿਸੇ ਲਈ ਨਹੀਂ ਆ ਰਹੇ, ਆਪਣੇ ਲਈ ਆ ਰਹੇ ਆ। ਕੋਈ ਜ਼ਮੀਰ ਲਈ ਆ ਰਿਹਾ ਤੇ ਕੋਈ ਜ਼ਮੀਨ ਲਈ ਆ ਰਿਹਾ। ਬਹੁਤ ਸਾਰੇ ਭਰਾ ਇੱਦਾਂ ਦੇ ਆ ਜਿਹੜੇ ਬਿਨਾਂ ਜ਼ਮੀਨ ਤੋਂ, ਜਿਨ੍ਹਾਂ ਕੋਲ ਓੜਾ ਵੀ ਜ਼ਮੀਨ ਨਹੀਂ ਹੈਗੀ, ਉਹ ਵੀ ਉੱਥੇ ਦਿੱਲੀ ਪਹੁੰਚੇ ਤੇ ਅੱਜ ਜੇਲ੍ਹਾਂ ਵਿੱਚ ਧੱਕੇ ਖਾ ਰਿਹਾ। ਕਿਸੇ ਨੇ ਬਾਂਹ ਨਹੀਂ ਫੜੀ ਪਿੱਛੇ ਜਾ ਕੇ, ਇਹ ਨਹੀਂ ਪਤਾ ਕਿਸੇ ਆਗੂ ਨੂੰ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਚੁੱਲ੍ਹਾ ਉਹ ਬਲ ਰਿਹਾ, ਅੱਗ ਬਲ ਰਹੀ ਹੈ, ਕਿ ਉਹਦੇ ਬੱਚੇ ਦੇ ਮੂੰਹ ਵਿੱਚ ਰੋਟੀ ਦੀ ਬੁਰਕੀ ਪੈ ਰਹੀ ਹੈ। ਤਾਂ ਜਿਹੜੇ ਤੁਸੀਂ ਬਿਆਨ ਦੇਣੇ ਹੁੰਦੇ ਆ ਉਹ ਸੋਚ ਸਮਝ ਕੇ ਦਿਆ ਕਰੋ। ਗੱਲ ਟਰੈਕਟਰ ਆਉਣ ਦੀ ਨਹੀਂ, ਟਰੈਕਟਰ ਆਉਣਗੇ, ਪਹਿਲਾਂ ਵੀ ਆਏ ਸੀ। ਪਰ ਮੈਂ ਫਿਰ ਬੇਨਤੀ ਕਰਦਾ ਕਿ ਤੁਹਾਡੀਆਂ ਲੱਤਾਂ ਭਾਰ ਝੱਲਦੀਆਂ ਆਗੂਆਂ ਦੀਆਂ ਕਿ 4 ਕਰੋੜ ਜਿਹੜਾ ਤੁਸੀਂ ਟਰੈਕਟਰ ਕਹਿ ਰਹੇ ਹੋ ਉਹਦੇ ਵਿੱਚ ਨੌਜਵਾਨ ਆਉਣਗੇ ਤੇ ਫਿਰ ਉਹੀ ਕੁਛ ਹੋਊਗਾ। ਰੋਸ ਬਹੁਤ ਆ ਲੋਕਾਂ ਦੇ ਵਿੱਚ, ਬਿਆਨਬਾਜ਼ੀ ਸੋਚ ਕੇ ਕਰਿਆ ਕਰੋ। ਟਰੈਕਟਰ ਆ ਜਾਣਗੇ, ਸੰਸਦ ਦੇ ਤੁਸੀਂ ਆਣੇ ਹੋ ਉੱਪਰ ਤੱਕ ਚੜ੍ਹਾ ਦੇਣੇ ਆ ਕਿਸਾਨਾਂ ਨੇ, ਪਰ ਉਸ ਤੋਂ ਬਾਅਦ ਕੀ ਸਰਟੀਫਿਕੇਟ ਵੰਡੋਗੇ ਉਹ ਪਹਿਲਾਂ ਸੋਚ ਕੇ ਰੱਖੋ। ਜਿਵੇਂ ਬਾਈ ਖਾਪ ਪੰਚਾਇਤਾਂ ਦੀਆਂ ਕਾਫੀ ਪੋਸਟਾਂ ਘੁੰਮ ਰਹੀਆਂ ਵੀ ਅਸੀਂ ਜਿਹੜਾ ਦੁੱਧ ਹੈਗਾ 100 ਰੁਪਏ ਕਰਨਾ, ਨਹੀਂ ਜਿਹੜਾ ਇਸ ਨੂੰ ਉਲੰਘਣਾ ਕਰੂ 11,000 ਜੁਰਮਾਨਾ ਲੱਗੂਗਾ। ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੇ ਫੈਸਲੇ ਨੂੰ? ਇਹ ਸਰਕਾਰ ਦੇ ਖਿਲਾਫ ਫੈਸਲੇ ਆ, ਸਰਕਾਰ ਨੂੰ ਇਸ ਤਰ੍ਹਾਂ ਦਾ ਫਰਕ ਪੈਂਦਾ ਇਹਦੇ ਨਾਲ ਕੁਛ ਚੀਜ਼ਾਂ ਦਾ? ਜਿਹੜੇ ਖਾਪ ਪੰਚਾਇਤ ਦੇ ਫੈਸਲੇ ਉਹਨਾਂ ਦੇ ਨਿੱਜੀ ਫੈਸਲੇ ਆ ਜੀ। ਤੇ ਨੰਬਰ 2 ਤੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਨੂੰ ਫਰਕ ਪਊਗਾ, ਨਹੀਂ, ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ। ਸਰਕਾਰ ਨੂੰ ਫਾਇਦਾ ਹੋਊਗਾ ਇਸ ਫੈਸਲੇ ਨਾਲ। ਕਿਉਂਕਿ ਜਿਹੜੀ ਦੁੱਧ ਆ ਜਿਹੜਾ ਧੰਦਾ ਉਹ ਕਿਸਾਨੀ ਨਾਲ ਜੁੜਿਆ ਹੋਇਆ। ਤੇ ਕਿਸਾਨੀ ਨਾਲ ਕੌਣ ਜੁੜਿਆ ਹੋਇਆ? ਕਿਸਾਨੀ ਨਾਲ ਆਮ ਲੋਕ ਵੀ ਜੁੜੇ ਹੋਏ ਆ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ, ਮੈਂ ਬਾਈ ਬੁੱਟਰ ਦੀ ਗੱਲ ਕਰ ਰਿਹਾ ਸੀ, ਸਾਡੇ ਕਬੱਡੀ ਕਮੈਂਟੇਟਰ ਆ ਗਿੱਦੜਵਾ ਪਿੰਡ ਤੋਂ। ਉਹ ਬਾਈ ਦੇ ਘਰ ਵਿੱਚ ਇਹੋ ਜਿਹੇ ਹਾਲਾਤ ਸੀ ਕਿ ਉਹਨਾਂ ਦੀ ਪਤਨੀ ਆ ਜਿਹੜੀ ਵਿਚਾਰੀ ਉਹ ਅੰਗਹੀਣ ਆ। ਇੰਟਰਵਿਊ ਦੇ ਵਿੱਚ ਮੈਂ ਦੇਖਿਆ ਤੇ ਉਹਦਾ ਬੇਟਾ ਬਿਮਾਰ ਬਾਹਰ ਚਲਾ ਰਿਹਾ ਸੀ ਤੇ ਉਹ ਸ਼ੁਰੂ ਤੋਂ ਲੈ ਕੇ ਅੱਜ ਤੱਕ ਉੱਥੇ ਬੈਠੇ ਸੀਗੇ ਇਹ ਦਿੱਲੀ ਸੰਘਰਸ਼ 'ਚ। ਤੇ ਜਦੋਂ ਉਹਨਾਂ ਦੀ ਫੈਮਿਲੀ ਨੂੰ ਪਤਾ ਲੱਗਿਆ ਕਿ ਇੱਦਾਂ ਕਰਕੇ ਬਾਈ ਨੂੰ ਚੱਕ ਲਿਆ, ਠੀਕ ਹੈ ਜੀ, ਤਾਂ ਕੀ ਕਿਸੇ ਆਗੂ ਨੇ ਜਾ ਕੇ ਉਸ ਪਰਿਵਾਰ ਨੂੰ ਪੁੱਛਿਆ ਕਿ ਉਹਨਾਂ 'ਤੇ ਕੀ ਭਾਣਾ ਵਰਤ ਰਿਹਾ, ਕੀ ਉਹਨਾਂ ਦੇ ਰੋਟੀ ਪੱਕ ਰਹੀ ਆ? ਫਿਰ ਉਹੀ ਗੱਲ ਆ ਗਈ। ਜਦੋਂ ਤੁਸੀਂ ਇੱਦਾਂ ਦੇ ਪਰਿਵਾਰ ਜਿਹੜੇ ਸਾਡੇ ਨਾਲ ਜਾਗਦੀਆਂ ਜ਼ਮੀਰਾਂ ਵਾਲੇ ਜੁੜ ਗਏ ਆ, ਮਜ਼ਦੂਰ ਭਰਾ ਸਾਡੇ ਨਾਲ ਜੁੜ ਗਏ ਆ, ਤੇ ਉਹਨਾਂ ਦੀਆਂ ਸਹੂਲਤਾਂ ਕੀ ਹੁੰਦੀਆਂ ਜੀ? ਸਭ ਤੋਂ ਵੱਡੀ ਸਹੂਲਤਾਂ ਰੋਟੀ ਪਾਣੀ ਹੋ ਗਈ, ਕੱਪੜਾ ਹੋ ਗਿਆ। ਜਦੋਂ ਆਪਾਂ ਇੱਦਾਂ ਦੀਆਂ ਜਿਹੜੀਆਂ ਸਹੂਲਤਾਂ
ਉਹਨਾਂ ਦੇ ਰੇਟ ਆਪਾਂ ਇੰਨੇ ਜ਼ਿਆਦਾ ਹਾਈ ਕਰ ਦਾਂਗੇ ਤਾਂ ਉਹ ਆਪਣੇ ਨਾਲੋਂ ਟੁੱਟਣਗੇ। ਕਿਉਂਕਿ ਦੁੱਧ ਤੁਸੀਂ ਦੇਖ ਲਓ, ਦੁੱਧ ਹਰ ਇੱਕ ਇਨਸਾਨ ਦੀ ਜ਼ਰੂਰਤ ਆ। ਕੋਈ ਬੱਚੇ ਨੇ ਵੀ ਦੁੱਧ ਪੀਣਾ ਜੀ, ਚਾਹ ਵੀ ਬਣਾਉਣੀ ਆ ਆਪਾਂ, ਦੁੱਧ ਆਪਣੀ ਨਿੱਜੀ ਜੀਵਨ ਦੇ ਵਿੱਚ ਸਭ ਤੋਂ ਜ਼ਰੂਰੀ ਵਸਤਾਂ ਦੇ ਵਿੱਚ ਆਉਂਦਾ। ਜਦੋਂ ਅਸੀਂ ਉਸ ਦੀਆਂ ਕੀਮਤਾਂ ਹਾਈ ਕਰਤੀਆਂ, ਅੱਪ ਕਰਤੀਆਂ, ਤਾਂ ਉਹ ਲੋਕਾਂ ਦੇ ਵਿੱਚ ਨਿਰਾਸ਼ਤਾ ਫੈਲੂਗੀ, ਉਹ ਸਾਡੇ ਨਾਲ ਟੁੱਟਣਗੇ। ਇਸ ਲਈ ਜਿਹੜਾ ਇਹ ਦੁੱਧ ਵਾਲੇ ਖਾਪਾਂ ਵਾਲੇ ਫੈਸਲੇ ਆ ਉਹ ਸਾਡੀ ਸਮਝ ਤੋਂ ਬਾਹਰ ਆ। ਉਹ ਨਿੱਜੀ ਫੈਸਲਾ ਹੋ ਸਕਦਾ ਉਹਨਾਂ ਦਾ, ਪਰ ਇਹਦੇ ਨਾਲ ਇੱਕ ਗੱਲ ਕਲੀਅਰ ਆ ਵੀ ਫਾਇਦਾ ਕੋਈ ਨਹੀਂ ਹੋਣਾ, ਨੁਕਸਾਨ ਸਾਨੂੰ ਜਿਹੜੀ ਢਾਹ ਲੱਗਣੀ ਆ ਕਿਸਾਨ ਮੋਰਚੇ ਨੂੰ ਉਹ ਬਹੁਤ ਵੱਡੀ ਲੱਗਣੀ ਆ। ਜੇ ਤੁਸੀਂ ਰੇਟ ਵਧਾਉਣੇ ਆ, ਖਾਪ ਪੰਚਾਇਤਾਂ ਜੇ ਇੰਨੀਆਂ ਹੀ ਆਪਣੇ ਆਪ ਨੂੰ ਤਕੜੀਆਂ ਸਮਝਦੀਆਂ ਜਾਂ ਸਿਆਣੀਆਂ ਸਮਝਦੀਆਂ, ਕਣਕ ਦਾ ਵਧਾਓ। ਆਮ ਲੋਕਾਂ ਨੂੰ ਤੁਸੀਂ ਜਿਹੜਾ ਰੇਟ ਆ ਉਸ 'ਤੇ ਦਿਓ, ਜਿਹੜੇ ਸਾਡੇ ਪਿੰਡਾਂ ਦੇ ਵਿੱਚ ਕਣਕ ਦਿਓ। ਉਸ ਤੋਂ ਬਾਅਦ ਜਿਹੜੀ ਕਣਕ ਅਸੀਂ ਵੇਚਣੀ ਆ ਦਿਓ ਉਹਦਾ 5000 ਰੇਟ। ਜੇ ਤੁਸੀਂ ਆਣੇ ਹੋ ਵੀ ਅਸੀਂ ਸਰਕਾਰ ਦਾ ਮੁਕਾਬਲਾ ਕਰ ਸਕਦੇ ਹਾਂ, ਫਿਰ ਫੈਸਲੇ ਉਹ ਲਿਆ ਕਰੋ ਜਿਹੜੇ ਨਿੱਜੀ ਆਮ ਲੋਕਾਂ ਦੇ ਲਈ ਫਾਇਦੇਮੰਦ ਆ, ਨਾ ਕਿ ਆਪਣੇ ਆਪ ਨੂੰ ਇੱਕ ਪਾਰਸ਼ਿਕ ਚਮਕਾਉਣ ਲਈ ਫੈਸਲੇ ਲੈਣੇ ਉਹ ਜ਼ਿਆਦਾ ਵਧੀਆ ਨਹੀਂ ਹੁੰਦੇ। ਤੁਸੀਂ ਸਿਆਸੀ ਪਾਰਟੀਆਂ ਦਾ ਰੋਲ ਕਿਵੇਂ ਦੇਖਦੇ ਹੋ? ਸਿਆਸੀ ਪਾਰਟੀਆਂ ਨੇ ਉੱਪਰੋਂ ਕਹਿੰਦੇ ਆ ਲੀਡਰ ਵੀ ਅਸੀਂ ਕਿਸਾਨੀ ਸੰਘਰਸ਼ ਦੇ ਨਾਲ ਆ, ਉੱਥੇ ਜਾ ਕੇ ਨਾ ਤਾਂ ਉਹਨਾਂ ਨੇ ਬਹੁਤ ਵੱਡੇ ਰੂਪ 'ਚ ਆਪਦਾ ਲੋਗੋ ਛੱਡ ਕੇ ਪਾਰਟੀ ਦਾ ਬੈਠੇ ਆ, ਨਾ ਹੀ ਹੁਣ ਜਿਹੜੇ ਬੰਦੇ ਡੈਥ ਹੋਈ ਆ ਉਹਨਾਂ ਦੀ ਕੋਈ ਲੀਗਲ ਬਹੁਤ ਜਿਹੜਾ ਹੈਗਾ ਉਹਨਾਂ ਨੂੰ ਮਦਦ ਦਿੱਤੀ ਹੈਗੀ ਹੈ ਵੀ ਵਕੀਲਾਂ ਦਾ ਪੈਨਲ ਖੜਾ ਕੀਤਾ ਹੋਵੇ, ਨਾ ਹੀ ਜਿਨ੍ਹਾਂ ਦੀ ਡੈਥ ਹੋਈ ਹੈ ਲੋਕਾਂ ਦੀ ਉਹਨਾਂ ਦੇ ਪਰਿਵਾਰ ਦੀ ਬਹੁਤੀ ਸਾਰ ਲਈ ਹੋਵੇ। ਕਿਵੇਂ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਿਆਸੀ ਪਾਰਟੀਆਂ ਦਾ ਜੀ ਕਿਸਾਨੀ ਸੰਘਰਸ਼ ਵਿੱਚ ਜਾਂ ਦਿੱਲੀ ਮੋਰਚੇ ਵਿੱਚ 0% ਯੋਗਦਾਨ ਨਾਲ ਕੇ ਹੀ ਜਿੱਤਿਆ ਜਾਊਗਾ। ਅਸੀਂ ਅੱਜ ਵੀ ਜਥੇਬੰਦੀਆਂ ਦੇ ਆਗੂ ਜਿੰਨੇ ਵੀ ਆਗੂ ਨੇ ਸਾਰੇ ਸਤਿਕਾਰਯੋਗ ਨੇ ਸਾਡੇ ਲਈ, ਪਰ ਕਿਸੇ ਕੁਛ ਨੌਜਵਾਨਾਂ ਨੂੰ ਟਾਰਗੇਟ ਕਰਨਾ ਉਹ ਗਲਤ ਆ। ਕਿਉਂਕਿ ਜਥੇਬੰਦੀ ਦੇ ਵਿੱਚ ਕੁਛ ਆਗੂ ਗਲਤ ਹੈਗੇ ਆ, ਇਹ ਸਾਨੂੰ ਅੱਜ ਵੀ ਮੰਨਣਾ ਪਊਗਾ, ਕੱਲ੍ਹ ਵੀ ਮੰਨਣਾ ਪਊਗਾ ਅਤੇ ਅਸੀਂ ਮੰਨਾਂਗੇ। ਕਿਉਂਕਿ ਕੁਛ ਆਗੂਆਂ ਕਰਕੇ ਜਿਹੜੀਆਂ ਸਾਰੇ ਦੀਆਂ ਸਾਰੀਆਂ ਜਥੇਬੰਦੀਆਂ ਉਹ ਬਦਨਾਮ ਹੋ ਰਹੀਆਂ। ਕੀ ਤੁਸੀਂ ਰਜਿੰਦਰ ਸਿੰਘ ਕਾਮਰੇਡ ਦੇ ਬਿਆਨ ਨੂੰ ਸਹੀ ਮੰਨਦੇ ਹੋ? ਉਹਨਾਂ ਕੋਲ ਕਿਹੜਾ ਇਹੋ ਜਿਹਾ ਅਵਾਰਡ ਆ ਜਿਨ੍ਹਾਂ ਦੇ ਤੌਰ 'ਤੇ ਉਹਨਾਂ ਨੇ ਦੀਪ ਸਿੱਧੂ ਤੇ ਲੱਖੀ ਨੂੰ ਗਦਾਰ ਕਹਿਤਾ? ਗਦਾਰ ਦਾ ਹੈ ਜਾਂ ਨਹੀਂ ਇਹ ਟਾਈਮ ਦੱਸੂਗਾ, ਪਰ ਅੱਜ ਸਾਡੇ ਲਈ ਉਹ ਹੀਰੋ ਆ ਕਿਉਂਕਿ ਕੇਸ ਉਹਨਾਂ 'ਤੇ ਪਏ ਹੋਏ ਆ, ਤਸੱਦਦ ਉਹਨਾਂ 'ਤੇ ਹੋ ਰਿਹਾ। ਸਾਡੇ ਲਈ ਹੀਰੋ ਦੀਪ ਸਿੱਧੂ, ਲੱਖਾ ਸਿਧਾਣਾ ਤੋਂ ਇਲਾਵਾ ਜਿੰਨੇ ਵੀ ਵੀਰ ਜੇਲ੍ਹ 'ਚ ਜਾ ਕੇ ਆਏ ਆ, ਸਾਡੇ ਉਹ ਬਜ਼ੁਰਗ ਜਿਨ੍ਹਾਂ ਦੀ ਮੈਂ ਇੰਟਰਵਿਊ ਦੇਖ ਕੇ ਰੋਣ ਆ ਰਿਹਾ ਸੀ, ਰੋ ਰਹੇ ਆ। ਉਹ 85 ਸਾਲ ਦੇ ਬਜ਼ੁਰਗ ਆ, ਫੌਜ ਦੇ ਵਿੱਚ ਨੌਕਰੀ ਕਰਕੇ ਆਏ ਆ, ਸਿੱਖ ਸਰੂਪ ਦੇ ਵਿੱਚ ਆ, ਅਤੇ ਉਹਨਾਂ 'ਤੇ ਤਸੱਦਦ ਕੀਤਾ। ਸਾਡੇ ਲਈ ਅੱਜ ਹੀਰੋ ਆ ਉਹ। ਇਹ ਕਹਿ ਦੇਣਾ ਕਿ ਉਹ ਗਦਾਰ ਆ, ਬਹੁਤ ਮੰਦਭਾਗੀ ਘਟਨਾ ਕਹਿ ਸਕਦੇ ਹਾਂ ਆਪਾਂ। ਕਿਸੇ ਨੂੰ ਗਦਾਰੀ ਦੇ ਸਰਟੀਫਿਕੇਟ ਵੰਡਣ ਵਾਲੇ ਅਸੀਂ ਨਹੀਂ ਆ, ਉਹ ਪਰਮਾਤਮਾ ਵਾਹਿਗੁਰੂ ਹੈਗਾ, ਸਾਡੇ ਲੋਕ ਆ, ਇਹਦਾ ਫੈਸਲਾ ਲੋਕ ਕਰਨਗੇ। ਜੇ ਦੀਪ ਸਿੱਧੂ ਤੇ ਲੱਖਾ ਗਦਾਰ ਹੁੰਦਾ ਤਾਂ ਮਹਾਰਾਜ ਦੀ ਰੈਲੀ ਵਿੱਚ 1.5 ਲੱਖ ਤੋਂ ਉੱਪਰ ਇਕੱਠ ਨਹੀਂ ਹੋਣਾ ਸੀਗਾ। ਲੋਕ ਆਪਣੇ ਆਪ ਗਏ ਆ, ਕਿਸੇ ਨੂੰ ਕੋਈ ਬੱਸ ਨਹੀਂ ਦਿੱਤੀ ਗਈ, ਕਿਸੇ ਨੂੰ ਕੋਈ ਤੇਲ ਨਹੀਂ ਪਵਾਇਆ ਗਿਆ। ਉਹ ਲੋਕਾਂ ਦਾ ਪਿਆਰ ਸੀ ਲੱਖੇ ਲਈ, ਦੀਪ ਲਈ, ਅਤੇ ਜਿਹੜੇ ਸਾਡੇ ਸ਼ਹੀਦਾਂ ਲਈ ਜਾਂ ਜੋ ਨੌਜਵਾਨ ਫੜੇ ਹੋਏ ਆ ਸਭ ਲਈ। ਉਹਦੇ 'ਚ ਹਰ ਤਰ੍ਹਾਂ ਦੇ, ਉਹਦੇ 'ਚ ਜਥੇਬੰਦੀਆਂ ਦੇ ਤੁਸੀਂ ਦੇਖੋ ਜੀ, ਤੁਸੀਂ ਲਾਈਵ ਸੀ, ਮੇ ਵੀ ਤੁਸੀਂ ਉਸ ਦਿਨ ਪਹੁੰਚੇ ਉੱਥੇ ਹੈ ਨਾ, ਤੁਸੀਂ ਦੇਖੋ ਉਹਦੇ 'ਚ ਹਰ ਇੱਕ ਜਥੇਬੰਦੀ ਦਾ ਝੰਡਾ ਪਹੁੰਚਿਆ ਹੋਇਆ ਸੀ। ਉਗਰਾਹਾਂ ਦੇ ਬਹੁਤ ਸਾਰੇ ਲੋਕ ਪਹੁੰਚੇ ਹੋਏ ਸੀਗੇ। ਉਸ ਤੋਂ ਇਲਾਵਾ ਸਿੱਧੂਪੁਰ ਜਥੇਬੰਦੀ ਦੇ ਗਏ ਸੀਗੇ, ਰੱਜੇਵਾਲ ਜਥੇਬੰਦੀ ਦੇ ਗਏ ਸੀ। ਹਰ ਇੱਕ ਜਥੇਬੰਦੀ ਦੇ ਲੋਕ ਆਪਣੇ ਆਪ ਗਏ ਸੀ। ਕਿਉਂਕਿ ਉਹ ਦੀਪ ਤੇ ਲੱਖੇ ਨੂੰ ਹੀਰੋ ਮੰਨਦੇ। ਠੀਕ ਹੈ, ਮੈਂ ਕਿਸੇ ਨੂੰ ਨਿੱਜੀ ਤੌਰ 'ਤੇ ਹੀਰੋ ਨਹੀਂ ਬਣਾਉਂਦਾ, ਕਿਉਂਕਿ ਜੇ ਮੈਂ ਬਣਾਉਣਾ ਹੁੰਦਾ ਤਾਂ ਉਹ 1.5 ਲੱਖ ਦਾ ਇਕੱਠ ਨਹੀਂ ਹੋਣਾ ਸੀਗਾ। ਅਤੇ ਦੂਸਰੇ ਨੰਬਰ 'ਤੇ ਜਿਹੜੀ ਇਹ ਰੈਲੀ ਹੈ, ਇਹ ਕੋਈ ਬਹੁਤ ਵੱਡੀ ਰੂਪ ਰੇਖਾ ਨਹੀਂ ਤਿਆਰ ਕੀਤੀ ਗਈ ਸੀ। ਇੱਕ ਛੋਟੀ ਜਿਹੀ ਕਾਲ ਸੀਗੀ, 5 ਮੈਂਬਰੀ ਕਮੇਟੀ ਬਣੀ ਹੋਈ ਸੀ। ਇੱਕ ਬੇਨਤੀ ਇਹ ਕੀਤੀ ਗਈ ਸੀ ਵੀ ਜਿਹੜੀ ਇਹ ਰੈਲੀ ਹੈ ਇਹ ਸਪੈਸ਼ਲ ਬਠਿੰਡਾ ਦੀ ਧਰਤੀ 'ਤੇ ਹੋਇਆ, ਜਿੱਥੇ ਨੌਜਵਾਨ ਵੱਡੀ ਗਿਣਤੀ 'ਚ ਪਹੁੰਚੇ, ਲੱਖਾ ਸਿਧਾਣਾ ਪਹੁੰਚਿਆ। ਕਈ ਲੋਕਾਂ ਨੇ ਇਹਦਾ ਵਿਰੋਧ ਕੀਤਾ ਵੀ ਇਹ ਕਾਂਗਰਸ ਨੇ ਕਰਵਾਇਆ ਜੀ, ਇਹ BJP ਦੀ ਚਾਲ ਸੀ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਇਹਦੇ 'ਚ ਵੀ ਇਹੀ ਆ ਵੀ ਸਾਡੇ ਜਿਹੜਾ ਕਿਸਾਨ ਸੰਯੁਕਤ ਮੋਰਚੇ ਦੀ ਜਿਹੜੀ ਸਟੇਜ ਆ, ਉੱਥੋਂ ਵੀ ਇੱਕ ਦੋ ਜਿਹੜੇ ਆਗੂਆਂ ਨੇ ਕਿਹਾ ਕਿ ਇਹ ਜਿਹੜੀ ਰੈਲੀ ਹੋਈ ਆ ਇਹ ਕੈਪਟਨ ਨੇ ਕਰਵਾਈ ਆ, ਕੈਪਟਨ ਦੇ ਪਿੰਡ ਹੋਈ ਆ। ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਣਾ ਚਾਹੁੰਦਾ, ਜਿਹੜਾ ਮਹਾਰਾਜ ਪਿੰਡ ਆ ਉਹ ਕੈਪਟਨ ਦਾ ਪਿੰਡ ਹੋਊਗਾ, ਪਰ ਇਹਨੂੰ ਵਸਾਉਣ ਵਾਲੇ ਸਾਡੇ ਗੁਰੂ ਨੇ, 6ਵੇਂ ਗੁਰੂ ਨੇ ਇਹ ਜਿਹੜਾ ਮਹਾਰਾਜ ਦਾ ਪਿੰਡ ਵਸਾਇਆ ਸੀਗਾ। ਕੈਪਟਨ ਦਾ ਪਿੰਡ ਹੋਊਗਾ, ਅਸੀਂ ਇਸ ਤੋਂ ਮੁਨਕਰ ਨਹੀਂ ਹੁੰਦੇ, ਪਰ ਉਸ ਤੋਂ ਪਹਿਲਾਂ ਉਹ ਸਾਡਾ ਸਿੱਖੀ ਨਾਲ ਜੁੜਿਆ ਹੋਇਆ ਪਿੰਡ। ਨੰਬਰ 2 'ਤੇ ਉਹਦੇ 'ਚ ਇਕੱਲੇ ਕਾਂਗਰਸੀ ਨਹੀਂ ਗਏ, ਇਕੱਲੇ ਅਕਾਲੀ ਨਹੀਂ ਗਏ, ਆਪ ਨਹੀਂ ਗਏ, ਬਸਪਾ, ਹਰੇਕ ਵਰਗ ਦਾ ਨੌਜਵਾਨ ਬਜ਼ੁਰਗ ਪਹੁੰਚੇ ਆ। ਅਤੇ ਜਿਹੜੀ ਗੱਲ ਇਹ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦੇ ਹਾਂ, ਜਿਹੜੀ ਇਹ ਰੈਲੀ ਆ, ਰੋਸ ਰੈਲੀ ਆ, ਇਹ ਇਕੱਲੇ ਦੀਪ ਲਈ, ਲੱਖੇ ਲਈ ਨਹੀਂ ਸੀ। ਇਹ ਸਾਰਿਆਂ ਲਈ ਸੀ, ਚਾਹੇ ਦੀਪ ਸਿੱਧੂ ਆ, ਚਾਹੇ ਲੱਖਾ ਸਿਧਾਣਾ, ਚਾਹੇ ਨੌਦੀਪ ਕੌਰ ਆ ਸਾਡੀ ਭੈਣ ਜਿਹੜੀ ਮੁਕਤਸਰ ਤੋਂ ਆ, ਚਾਹੇ ਦਿਸ਼ਾ ਰਵੀ ਆ, ਚਾਹੇ ਇਕਬਾਲ ਸਿੰਘ ਸੀ, ਚਾਹੇ ਰਣਜੀਤ ਸਿੰਘ ਸੀ। ਉਸ ਤੋਂ ਇਲਾਵਾ ਜਿੰਨੇ ਵੀ 200 ਜਿਹੜੇ ਸਾਡੇ ਕਿਸਾਨੀ ਸੰਘਰਸ਼ 'ਚ ਨੌਜਵਾਨ ਚਾਹੇ ਬਜ਼ੁਰਗ ਫੜੇ ਹੋਏ ਆ, ਉਹ ਸਭ ਲਈ ਸੀ। ਅਤੇ ਨਾਲ ਜਿਹੜੇ ਸਾਡੇ ਪਹਿਲੇ ਸ਼ਹੀਦ ਆ, ਠੀਕ ਹੈ, ਸ਼ਹੀਦ ਤਾਂ 200 ਤੋਂ ਉੱਪਰ ਹੋ ਗਏ ਆ, ਠੀਕ ਹੈ, ਪਰ ਮੇਨ ਸ਼ਹੀਦ ਜਿਨ੍ਹਾਂ ਦੇ ਗੋਲੀ ਲਾ ਕੇ
ਪੁਲਿਸ ਨੇ ਜਿਹੜੀ ਗੋਲੀ ਮਾਰੀ ਆ ਉਹਦੇ ਨਾਲ ਸ਼ਹੀਦ ਹੋਏ ਆ ਉਹਨਾਂ ਲਈ, ਅਤੇ ਬਾਕੀ ਜੋ ਵੀ ਅੰਦੋਲਨ 'ਚ ਆਉਂਦੇ ਜਾਂਦੇ ਜਾਂ ਉੱਥੇ ਅਟੈਕ ਕਰਕੇ ਜਾਂ ਕਿਸੇ ਵੀ ਬਿਮਾਰੀ ਕਰਕੇ ਸ਼ਹੀਦ ਹੋਏ ਆ, ਉਹ ਸਾਰਿਆਂ ਲਈ ਇੱਕ ਸ਼ਰਧਾਂਜਲੀ ਸੀ। ਅਤੇ ਇਸ ਤੋਂ ਇਲਾਵਾ ਜਿਹੜੇ ਹੁਣ ਵੀ ਪਰਚੇ ਕੱਟੇ ਜਾ ਰਹੇ ਆ, ਜਿਵੇਂ ਮੇਰੀ ਪਰਸੋਂ ਹੀ ਮੈਨੂੰ ਫੋਨ ਆਇਆ ਸੀ ਕਿਸੇ ਵੀਰ ਦਾ ਬੰਗੀ ਕਲਾ ਪਿੰਡ ਤੋਂ, ਉਹ ਕਹਿੰਦੇ ਜੀ ਇੱਕ ਜੈਤੋ ਤੋਂ ਆਇਆ ਸੀ ਵੀ ਹੁਣ ਵੀ ਸਾਨੂੰ ਜਿਹੜੇ ਸੰਮਣ ਆ ਰਹੇ ਆ ਉਹ ਸਭ ਦੇ ਲਈ ਸੀ ਵੀ ਜੋ ਵੀ ਜਿਹੜੇ ਤੁਸੀਂ ਬੇਦੋਸ਼ੇ ਫੜੇ ਹੋਏ ਆ ਸਾਡੇ ਕਿਸਾਨ ਭਰਾ ਜਾਂ ਜਿਨ੍ਹਾਂ 'ਤੇ ਪਰਚੇ ਕੀਤੇ ਹੋਏ ਆ, ਸਾਰੇ ਦੇ ਸਾਰੇ ਪਰਚੇ ਉਹ ਬਿਨਾਂ ਕਿਸੇ ਸ਼ਰਤ ਤੋਂ ਰੱਦ ਕੀਤੇ ਜਾਣ। ਇਹ ਸਿਰਫ ਇਸ ਚੀਜ਼ ਦਾ ਮੈਸੇਜ ਸੀ, ਨਾ ਕਿ ਕਿਸੇ ਜਥੇਬੰਦੀ ਨੂੰ ਨੀਵਾਂ ਦਿਖਾਉਣ ਦਾ ਅਤੇ ਨਾ ਹੀ ਕਿਸੇ ਆਗੂ ਨੂੰ ਨੀਵਾਂ ਦਿਖਾਉਣ ਦਾ। ਅਸੀਂ ਅੱਜ ਵੀ ਜਥੇਬੰਦੀਆਂ ਦੇ ਨਾਲ ਆ, ਮੈਂ ਖੁਦ ਜਥੇਬੰਦੀ ਦੇ ਵਿੱਚ ਇੱਕ ਪਿੰਡ ਦੇ ਵਿੱਚ ਆਗੂ ਦੇ ਤੌਰ 'ਤੇ ਕੰਮ ਕਰ ਰਿਹਾ, ਅਹੁਦੇ 'ਤੇ ਕੰਮ ਕਰ ਰਿਹਾ, ਕਿਉਂਕਿ ਜਿਹੜਾ ਇਹ ਸੰਘਰਸ਼ ਕਾਂਗਰਸ ਆ, ਚਾਹੇ ਆਪ ਆ ਚਾਹੇ ਬਸਪਾ, ਕੋਈ ਵੀ ਆ, ਕਿਉਂਕਿ ਜੇ ਇਹਨਾਂ ਦੇ ਯੋਗਦਾਨ ਹੁੰਦੇ, ਤੁਸੀਂ ਇੱਕ ਗੱਲ ਦੱਸੋ, ਜਦੋਂ ਵੀ ਇਹਨਾਂ ਨੇ ਕੋਈ ਆਪਣੀਆਂ ਰੈਲੀਆਂ ਕਰਨੀਆਂ ਹੁੰਦੀਆਂ ਤਾਂ ਇਹ ਲੱਖਾਂ ਲੋਕ ਭੀੜ ਇਕੱਠੀ ਕਰ ਲੈਂਦੇ ਆ, ਅਤੇ ਅੱਜ ਕੀ ਇਹ ਇੱਕ ਸਾਂਝੀ ਕੌਲ 'ਤੇ ਨਹੀਂ ਬੈਠ ਸਕਦੇ ਸੀ? ਇਹਨਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖੋ ਤੁਸੀਂ, ਵੋਟਾਂ ਦੇ ਜਿਹੜਾ ਨਿੱਘ ਮਾਣਿਆ, ਸਾਡੇ 'ਤੇ ਰਾਜ ਕੀਤਾ, ਠੀਕ ਹੈ। ਤਾਂ ਜੇ ਇਹ 4 ਦਿਨ ਆਪਣਾ ਲੋਗੋ ਲਾ ਕੇ ਆਮ ਲੋਕਾਂ 'ਚ, ਆਮ ਕਿਸਾਨਾਂ ਵਿੱਚ ਬੈਠ ਜਾਂਦੇ, ਤੇ ਫਿਰ ਇਹਨਾਂ ਦੀ ਕਿੰਨੀ ਕੁ ਜਿਹੜੀ ਨਿਯਮਤਾ ਹੋ ਜਾਣੀ ਸੀ, ਇਹਨਾਂ ਦਾ ਕੁਛ ਘਟ ਜਾਣਾ ਸੀ ਜਾਂ ਲੈ ਜਾਣਾ ਸੀ? ਨਹੀਂ, ਇਹ ਜਿਹੜੇ ਸਿਆਸੀ ਲੋਕ ਹੁੰਦੇ ਆ, ਇਹ ਸਿਰਫ ਸਿਆਸਤ ਤੱਕ ਹੀ ਸੀਮਿਤ ਹੁੰਦੇ ਆ। ਇਹਨਾਂ ਨੂੰ ਸਾਡੀਆਂ ਵੋਟਾਂ ਤੱਕ ਮਤਲਬ ਹੁੰਦਾ, ਗੱਲ ਕਰ ਸਕਦੇ ਆ, ਇਹਨਾਂ ਨੂੰ ਸਾਡੀ ਸਿਰਫ 10 ਕੁ ਦਿਨ ਲੋੜ ਹੁੰਦੀ ਹੈ ਜੀ, 4 5 6 ਕੁ ਦਿਨ ਵੋਟਾਂ ਤੋਂ ਪਹਿਲਾਂ, ਅਤੇ ਜਿੰਨੇ ਦਿਨ ਰਿਜ਼ਲਟ ਨਹੀਂ ਆਉਂਦਾ। ਜੇ ਤੁਸੀਂ ਇਹ ਦੇਖੋ, ਵੋਟਾਂ ਤੋਂ ਪਹਿਲਾਂ ਇਹ ਬਜ਼ੁਰਗਾਂ ਨੂੰ ਬਾਪੂ ਕਹਿੰਦੇ ਆ, ਪੈਰੀ ਹੱਥ ਲਾਉਂਦੇ ਆ, ਅਤੇ ਉਸ ਤੋਂ ਬਾਅਦ ਜਦੋਂ ਨਤੀਜੇ ਆ ਜਾਂਦੇ ਆ, ਜੇ ਕਿਤੇ ਬਜ਼ੁਰਗ ਖੜੇ ਵੀ ਹੁੰਦੇ ਆ, ਉਹ ਹੱਥ ਵੀ ਮਾਰਦੇ ਆ। ਦੇਖੋ ਕਿੱਥੇ ਤਾਂ ਹੱਥ ਚੱਕਣਾ ਸਾਡਾ ਫਰਜ਼ ਆ, ਜਿਹੜੇ ਮਤਲਬ ਕਹਿਣ ਦਾ ਜਿਹੜੇ ਆਗੂ ਆ ਪਾਰਟੀਆਂ ਵਾਲੇ ਆ, ਅਤੇ ਇਹ ਮੂੰਹ ਪਾਸੇ ਕਰਕੇ ਟੱਪ ਜਾਂਦੇ ਆ। ਅਤੇ ਜਿਹੜਾ ਯੋਗਦਾਨ ਆ, ਯੋਗਦਾਨ ਇਹਨਾਂ ਦਾ 0% ਆ। ਮੈਂ ਸਾਰੇ ਜਿਹੜੇ ਪੰਜਾਬੀ ਆ, ਪੰਜਾਬੀ ਨਹੀਂ ਪੂਰੇ ਭਾਰਤ ਨੂੰ ਅਪੀਲ ਕਰਦਾ ਕਿ ਦੇਖੋ, ਵੋਟਾਂ 'ਚ ਕੋਈ ਜ਼ਿਆਦਾ ਟਾਈਮ ਨਹੀਂ, ਕਿਸੇ ਸਟੇਟ 'ਚ ਰਾਜ 'ਚ ਪਹਿਲਾਂ ਪੈ ਜਾਣੀ ਹੈ, ਕਿਸੇ 'ਚ ਬਾਅਦ 'ਚ, ਪਰ ਜੇ ਤੁਸੀਂ ਜਾਗਦੀ ਜ਼ਮੀਰਾਂ ਵਾਲੇ ਹੋ, ਅੰਨ ਖਾਂਦੇ ਹੋ, ਠੀਕ ਹੈ, ਪਰਮਾਤਮਾ ਨੂੰ ਮੰਨਦੇ ਹੋ, ਤਾਂ ਆਉਣ ਵਾਲੇ ਟਾਈਮ 'ਚ ਇਹਨਾਂ ਦੇ ਜੁੱਤੀ ਫੇਰਨੀ ਆ, ਨਾ ਕਿ ਇਹਨਾਂ ਦੇ ਫੇਰ ਤੁਸੀਂ ਗੁਲਾਮ ਬਣ ਜਾਣਾ, ਕਿਉਂਕਿ ਇਹਨਾਂ ਨੇ ਸਾਨੂੰ 70 ਸਾਲਾਂ ਤੋਂ ਗੁਲਾਮ ਬਣਾਇਆ ਹੋਇਆ, ਅਤੇ ਅਸੀਂ ਬਣੇ ਆਏ ਹੋਏ ਹਾਂ। ਜੇ ਤੁਸੀਂ ਅੱਜ ਸਵਾਲ ਚੱਕੋਗੇ, ਜਦੋਂ ਵੋਟਾਂ ਲੈਣ ਆਉਣਗੇ, ਪੁੱਛੋਗੇ ਹਾਂਜੀ ਕਿੰਨੇ ਦਿਨ ਲਾ ਕੇ ਆਏ ਸੀ ਕਿਸਾਨੀ ਸੰਘਰਸ਼ 'ਚ, ਅਤੇ ਜਵਾਬ ਆਉਣਾ 0, ਅਤੇ ਉਦੋਂ ਵੀ ਕਹਿ ਦਿਓ ਜੀ ਸਤਿ ਸ਼੍ਰੀ ਅਕਾਲ, ਸਾਡੀ ਵੋਟ ਤੁਹਾਡੇ ਲਈ 0 ਆ, ਅਸੀਂ ਵੋਟ ਪਾਵਾਂਗੇ ਸਾਡੇ ਜਿਹੜੇ ਕਿਸਾਨੀ ਅੰਦੋਲਨ 'ਚ ਬੈਠੇ, ਚਾਹੇ ਉਹ ਮਜ਼ਦੂਰ ਭਰਾ ਹੀ ਹੋਵੇ ਅਤੇ ਚਾਹੇ ਕੋਈ ਵੀ। ਤੁਸੀਂ ਇੱਕ ਨਿਰਪੱਖ, ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਕਿੱਥੇ ਆ ਰਹੀ ਆ? ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਜੀ, ਸਾਨੂੰ ਜਿਹੜੀ ਸਹੀ ਸੁੱਚੀ ਸਿਆਸਤ ਹੁੰਦੀ ਤਾਂ ਸਾਨੂੰ ਅੱਜ ਆਹ ਦਿਨ ਦੇਖਣੇ ਨਹੀਂ ਪੈਣੇ ਸੀ। ਅਤੇ ਇਹੀ ਸਭ ਤੋਂ ਸਾਡੀ ਵੱਡੀ ਪ੍ਰੋਬਲਮ ਆ ਕਿ ਅਸੀਂ ਜਦੋਂ ਵੋਟਾਂ ਆਉਂਦੀਆਂ ਉਦੋਂ ਅਸੀਂ ਗਧਿਆਂ ਨੂੰ ਵੋਟਾਂ ਪਾ ਦਿੰਦੇ ਅਤੇ ਚੰਗੇ ਲੋਕਾਂ ਨੂੰ ਹਮੇਸ਼ਾ ਹੀ ਪਿੱਛੇ ਕਰ ਦਿੰਦੇ। ਸਿਆਸਤ ਦਾ ਬਹੁਤ ਵੱਡਾ ਰੋਲ ਆ, ਪਰ ਅੱਜ ਜਦੋਂ ਸਾਨੂੰ ਸਿਆਸਤ ਦੀ ਲੋੜ ਸੀ, ਇਹ ਸਿਆਸਤਦਾਨਾਂ ਦੀ ਲੋੜ ਸੀ, ਇਹਨਾਂ ਪਾਰਟੀ ਦੀ ਲੋੜ ਸੀ, ਇਹਨਾਂ ਨੇ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਿਆ। ਇਹ ਰੋਜ਼ ਇੱਦਾਂ ਦੀਆਂ ਬਿਆਨਬਾਜ਼ੀਆਂ ਦਿੰਦੇ ਆ ਜਿਹਦੇ ਨਾਲ ਮੋਰਚੇ ਨੂੰ ਢਾਹ ਲੱਗੇ, ਅਤੇ ਇਹ ਨਹੀਂ ਚਾਹੁੰਦੇ ਕਿ ਲੋਕ ਜਿੱਤ ਕੇ ਆਉਣ, ਕਿਉਂਕਿ ਪਤਾ ਇਹਨਾਂ ਨੂੰ ਵੀ ਜੇ ਉੱਥੋਂ ਕਿਸਾਨੀ ਸੰਘਰਸ਼ ਲੋਕ ਜਿੱਤ ਕੇ ਆ ਗਏ ਤੇ ਸਾਡੀ ਧੌਣਾ 'ਤੇ ਗੋਡੇ ਰੱਖਣੇ ਹੀ ਰੱਖਣੇ ਆ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਸਾਡੇ ਨਾਲ ਗੱਲਬਾਤ ਕਰ ਰਹੇ ਸਨ ਗੁਰਦੀਪ ਸਿੰਘ ਦੀਪੀ, ਜੋ ਨੌਜਵਾਨ ਆਗੂ ਨੇ, ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਵਿੱਚ ਕਾਫੀ ਜਿਹੜਾ ਆਪਣੀ ਸ਼ਮੂਲੀਅਤ ਕਰਕੇ, ਨੌਜਵਾਨਾਂ ਨੂੰ ਸ਼ਾਮਲ ਕਰਕੇ ਕਿਸਾਨੀ ਸੰਘਰਸ਼ ਵਿੱਚ ਆਪ ਦਾ ਜਿਹੜਾ ਯੋਗਦਾਨ ਪਾਇਆ, ਅਤੇ ਇਹਨਾਂ ਨੇ ਹੁਣ ਪਾਰਟੀਆਂ ਦੀ ਸ਼ਮੂਲੀਅਤ 'ਤੇ ਜਾ ਰਿਹਾ, ਉਹਦੇ ਬਾਰੇ ਗੱਲਬਾਤ ਕੀਤੀ। ਸਾਰੇ ਹੀ